ਸਵਾਗਤ ਹੈ ਜੀ ਤੁਹਾਡਾ ਸਭ ਦਾ ਤੁਹਾਡੇ ਆਪਣੇ ਚੈਨਲ ਪੰਜਾਬ ਨੌਲੇਜ ਹੱਬ ਦੇ ਵਿੱਚ। ਜੇਕਰ ਤੁਸੀਂ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਤੇ ਬੈਲ ਆਈਕਨ ਦਾ ਬਟਨ ਦਬਾਉਣਾ ਨਾ ਭੁੱਲੋ ਤਾਂ ਕਿ ਆਉਣ ਵਾਲੀਆਂ ਸਟੱਡੀ ਰਿਲੇਟਡ ਵੀਡੀਓਜ਼ ਦੀ ਅਪਡੇਟ ਤੁਹਾਨੂੰ ਸਮੇਂ ਸਿਰ ਮਿਲਦੀ ਰਹੇ। ਸੋ ਜਿਹੜੇ ਵੀ ਵਿਦਿਆਰਥੀ ਸਾਡੇ ਨਾਲ ਅੱਜ ਦੀ ਸਪੈਸ਼ਲ ਕਲਾਸ ਵਿੱਚ ਜੁੜੇ ਨੇ, ਅੱਜ ਅਸੀਂ ਡਿਸਕਸ ਕਰਾਂਗੇ 8 ਤੋਂ ਲੈ ਕੇ 13 ਅਗਸਤ ਤੱਕ ਦੇ ਕਰੰਟ ਅਫੇਅਰ, ਜੋ ਕਿ ਸਪੈਸ਼ਲ ਕਲਾਸ ਹੈ ਆਉਣ ਵਾਲੇ PSSB ਕਲਰਕ ਦੇ ਐਗਜ਼ਾਮ ਵਾਸਤੇ, ਵੀਡੀਓ ਦੇ ਐਗਜ਼ਾਮ ਵਾਸਤੇ, ਐਕਸਾਈਜ਼ ਐਂਡ ਟੈਕਸੇਸ਼ਨ ਇੰਸਪੈਕਟਰ ਦੇ ਐਗਜ਼ਾਮ ਵਾਸਤੇ, ਕੋਰਟ ਕਲਰਕ ਦੇ ਐਗਜ਼ਾਮ ਵਾਸਤੇ। ਸੋ ਜਿਹੜੇ ਵੀ ਵਿਦਿਆਰਥੀ ਇਸ ਵੀਡੀਓ ਨਾਲ ਸਪੈਸ਼ਲ ਕਲਾਸ 'ਚ ਸਾਡੇ ਨਾਲ ਜੁੜੇ ਨੇ, ਅਸੀਂ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਤਾਂ ਸ਼ੁਰੂ ਕਰਦੇ ਹਾਂ। ਅੱਜ ਦਾ ਪਹਿਲਾ ਕੁਐਸਚਨ ਹੈ ਜੋ ਉਹ ਹੈ, who has been appointed as the Director General of Council of Scientific and Industrial Research CSIR ਦਾ ਨਵਾਂ ਡਾਇਰੈਕਟਰ ਜਨਰਲ ਕਿਸ ਨੂੰ ਨਿਯੁਕਤ ਕੀਤਾ ਗਿਆ ਹੈ? ਠੀਕ ਹੈ ਜੀ, ਵਿਗਿਆਨਿਕ ਅਤੇ ਉਦਯੋਗਿਕ ਖੋਜ ਪ੍ਰੀਸ਼ਦ ਇਸ ਨੂੰ ਕਿਹਾ ਜਾਂਦਾ ਹੈ। ਇਸ ਦਾ ਨਵਾਂ ਡਾਇਰੈਕਟਰ ਜਨਰਲ ਨਿਯੁਕਤ ਕੀਤਾ ਗਿਆ ਹੈ ਡਾਕਟਰ ਐਨ ਕਲਾਈ ਸੈਲਵੀ। ਡਾਕਟਰ ਐਨ ਕਲਾਈ ਸੈਲਵੀ ਨੂੰ ਨਿਯੁਕਤ ਕੀਤਾ ਗਿਆ ਹੈ ਡਾਇਰੈਕਟਰ ਜਨਰਲ। ਦੂਜਾ ਕੁਐਸਚਨ, which country has secured the 4th edition of SAF Under-20 football championship after defeating Bangladesh in the tournament? ਕਿਸ ਦੇਸ਼ ਨੇ ਬੰਗਲਾਦੇਸ਼ ਨੂੰ ਹਰਾ ਕੇ ਸ਼ੈਫ ਅੰਡਰ-20 ਫੁੱਟਬਾਲ ਚੈਂਪੀਅਨਸ਼ਿਪ ਦਾ ਚੌਥਾ ਐਡੀਸ਼ਨ ਹਾਸਲ ਕੀਤਾ ਹੈ? ਤਾਂ ਇੰਡੀਆ, ਭਾਰਤ ਨੇ ਬੰਗਲਾਦੇਸ਼ ਨੂੰ ਹਰਾ ਕੇ, ਠੀਕ ਹੈ ਜੀ, ਸਾਫ ਅੰਡਰ-20 ਫੁੱਟਬਾਲ ਚੈਂਪੀਅਨਸ਼ਿਪ ਦਾ ਖਿਤਾਬ ਹੈ ਜੋ ਉਹ ਹਾਸਿਲ ਕੀਤਾ ਹੈ। ਥਰਡ ਕੁਐਸਚਨ, ਪੇਅਰ ਆਫ ਆ ਸ਼ਰਤ ਕਮਲ ਐਂਡ ਸ਼੍ਰੀਜਾ ਅਕੂਲਾ won gold in which sports at Commonwealth Games 2020? ਇਹ ਸ਼ਰਤ ਕਮਲ ਅਤੇ ਸ਼ਿਰਜਾ ਅਕੂਲਾ ਦੀ ਜੋੜੀ ਨੇ ਰਾਸ਼ਟਰਮੰਡਲ ਖੇਡਾਂ 2022 ਵਿੱਚ ਕਿਹੜੀਆਂ ਖੇਡਾਂ ਵਿੱਚ ਸੋਨ ਤਗਮਾ ਜਿੱਤਿਆ ਹੈ? ਤਾਂ ਇਹ ਜੋੜੀ ਨੇ ਟੇਬਲ ਟੈਨਿਸ ਵਿੱਚ ਕੀ ਜਿੱਤਿਆ? ਗੋਲਡ ਮੈਡਲ ਜਿੱਤਿਆ। ਕਾਮਨਵੈਲਥ ਗੇਮਸ ਬਾਰੇ ਅਸੀਂ ਆਪਣੇ ਟੈਲੀਗ੍ਰਾਮ ਗਰੁੱਪ ਵਿੱਚ ਪੋਸਟ ਸ਼ੇਅਰ ਕੀਤੀ ਸੀ, ਠੀਕ ਹੈ ਜੀ। ਡਿਟੇਲ ਪੋਸਟ ਸਾਡੇ ਟੈਲੀਗ੍ਰਾਮ ਗਰੁੱਪ ਵਿੱਚ ਤੁਹਾਨੂੰ ਮਿਲ ਜਾਵੇਗੀ। ਜੇਕਰ ਤੁਸੀਂ ਹਾਲੇ ਤੱਕ ਸਾਡੇ ਟੈਲੀਗ੍ਰਾਮ ਗਰੁੱਪ ਨਹੀਂ ਜੁਆਇਨ ਕੀਤਾ ਤਾਂ ਤੁਸੀਂ ਟੈਲੀਗ੍ਰਾਮ ਤੇ ਜਾ ਕੇ ਸਰਚ ਕਰ ਸਕਦੇ ਹੋ @ਪੰਜਾਬ ਨੌਲੇਜ ਹੱਬ, ਜਾਂ ਫਿਰ ਤੁਸੀਂ ਸਾਡੇ ਇੰਸਟਾਗ੍ਰਾਮ ਅਕਾਊਂਟ ਤੇ ਵੀ ਇਸ ਡਿਟੇਲਡ ਪੋਸਟ ਨੂੰ ਦੇਖ ਸਕਦੇ ਹੋ। ਸਾਡਾ ਇੰਸਟਾਗ੍ਰਾਮ ਅਕਾਊਂਟ ਹੈ @ਪੰਜਾਬ ਨੌਲੇਜ ਹੱਬ। ਉਸ ਤੇ ਵੀ ਤੁਹਾਨੂੰ ਕਾਮਨਵੈਲਥ ਗੇਮਸ 2022 ਦੇ ਡਿਟੇਲ ਨੋਟਸ ਅਵੇਲੇਬਲ ਹੋਣਗੇ। Fourth question, International Telecommunication Union Regional Standardization Forum for Asia and Oceania region has started in which country? ਏਸ਼ੀਆ ਅਤੇ ਓਸ਼ੀਆਨਾ ਖੇਤਰ ਲਈ ਅੰਤਰਰਾਸ਼ਟਰੀ ਦੂਰ ਸੰਚਾਰ ਯੂਨੀਅਨ ਖੇਤਰੀ ਮਾਨਕੀਕਰਨ ਫੋਰਮ ਕਿਸ ਦੇਸ਼ ਵਿੱਚ ਸ਼ੁਰੂ ਹੋਇਆ ਹੈ? ਤਾਂ ਉਹ ਸ਼ੁਰੂ ਹੋਇਆ ਹੈ ਜੀ ਇੰਡੀਆ, ਮਤਲਬ ਕਿ ਭਾਰਤ ਵਿਖੇ। Fifth question, name the exercise that was recently conducted by Indian Army to test the resilience of satellite-based communication. Important question ਹੈ ਜੀ। ਸੈਟੇਲਾਈਟ ਆਧਾਰਿਤ ਸੰਚਾਰ ਦੀ ਲਚਕਤਾ ਨੂੰ ਪਰਖਣ ਲਈ ਭਾਰਤੀ ਫੌਜ ਦੁਆਰਾ ਹਾਲ ਹੀ ਵਿੱਚ ਕਰਾਏ ਗਏ ਅਭਿਆਸ ਦਾ ਨਾਂ ਦੱਸੋ? ਤਾਂ ਇੰਡੀਅਨ ਆਰਮੀ ਨੇ ਟੈਸਟ ਕਰਨ ਵਾਸਤੇ ਰੈਜ਼ੀਲੈਂਸ ਆਫ ਸੈਟੇਲਾਈਟ ਬੇਸਡ ਕਮਿਊਨੀਕੇਸ਼ਨ ਸਕਾਈਲਾਈਟ ਹੈ ਜੋ ਸਕਾਈਲਾਈਟ ਅਭਿਆਸ ਸ਼ੁਰੂ ਕੀਤਾ ਸੀ। Sixth question, which became the first city of India to officially release the Environmental Insights Explorer data from Google? ਗੂਗਲ ਤੋਂ ਅਧਿਕਾਰਿਕ ਤੌਰ ਤੇ ਐਨਵਾਇਰਮੈਂਟਲ ਇਨਸਾਈਟਸ ਐਕਸਪਲੋਰਰ ਡਾਟਾ ਜਾਰੀ ਕਰਨ ਵਾਲਾ ਭਾਰਤ ਦਾ ਪਹਿਲਾ ਸ਼ਹਿਰ ਕਿਹੜਾ ਹੈ? ਤਾਂ ਗੂਗਲ ਤੋਂ ਆਫੀਸ਼ੀਅਲੀ ਇਨਵਾਇਰਮੈਂਟਲ ਇਨਸਾਈਟ ਐਕਸਪਲੋਰਰ ਡਾਟਾ ਰਿਲੀਜ਼ ਕਰਨ ਵਾਲਾ ਸ਼ਹਿਰ ਹੈ ਜੀ ਔਰੰਗਾਬਾਦ, ਮਹਾਰਾਸ਼ਟਰ। ਔਰੰਗਾਬਾਦ ਮਹਾਰਾਸ਼ਟਰ ਵਿੱਚ ਜੋ ਪੈਂਦਾ ਹੈ।
7th क्वेश्चन इंपॉर्टेंट क्वेश्चन है, एग्जाम च पूछा जा सकता है। Who has been selected as the 14th वाइस प्रेसिडेंट ऑफ इंडिया? किसनू भारत के 14वें उप राष्ट्रपति वजों चुना गया है? ਤਾਂ जगदीप धनकर जी ਨੂੰ ਭਾਰਤ ਦੇ 14ਵੇਂ ਵਾਈਸ ਪ੍ਰੈਜ਼ੀਡੈਂਟ ਵਜੋਂ ਚੁਣਿਆ ਗਿਆ ਹੈ। ਜੇਕਰ ਅਸੀਂ ਪ੍ਰੈਜ਼ੀਡੈਂਟ ਦੀ ਗੱਲ ਕਰੀਏ ਤਾਂ ਪ੍ਰੈਜ਼ੀਡੈਂਟ ਨੇ द्रौपदी मुर्मू। 8th क्वेश्चन इंपॉर्टेंट क्वेश्चन है ये भी। व्हाट इज द नेम ऑफ द कॉमन पोर्टल फॉर रिकमेंडेशन एंड नॉमिनेशन ऑफ ऑल ऑफिशियल अवार्ड्स? ਸਾਰੇ ਅਧਿਕਾਰਕ ਪੁਰਸਕਾਰਾਂ ਦੀਆਂ ਸਿਫਾਰਸ਼ਾਂ ਅਤੇ ਨਾਮਜ਼ਦਗੀਆਂ ਲਈ ਸਾਂਝੇ ਪੋਰਟਲ ਦਾ ਨਾਂ ਕੀ ਹੈ? ਤਾਂ ਸਾਂਝੇ ਪੋਰਟਲ ਦਾ ਨਾਂ ਹੈ ਜੀ ਰਾਸ਼ਟਰੀ ਪੋਰਟਲ। ਕੀ ਨਾਂ ਹੈ ਜੀ? ਰਾਸ਼ਟਰੀ ਪੋਰਟਲ। 9th क्वेश्चन हु चेयर्स द गवर्निंग काउंसिल मीटिंग ऑफ नीति आयोग? नीति आयोग की गवर्निंग काउंसिल की मीटिंग की प्रधानगी कौन करता है? तो पीएम ऑफ इंडिया, प्राइम मिनिस्टर ऑफ इंडिया नीति आयोग की गवर्नर काउंसिल की जो मीटिंग होती है उसकी प्रधानगी करता है। 10th क्वेश्चन विच ग्रुप ऑफ 3 स्टेट आर द टॉप स्टेट फॉर प्रोवाइडिंग द हाईएस्ट पावर सब्सिडी बिल? सब तो वध बिजली सबसिडी बिल प्रदान करने वाले 3 राज्यों का समूह किहड़ा है? तो वह 3 राज ने जी मध्य प्रदेश, राजस्थान एंड कर्नाटका आर द ग्रुप ऑफ 3 स्टेट्स which provide the highest power subsidy bill। 11th क्वेश्चन इंपॉर्टेंट क्वेश्चन है क्योंकि मिलिट्री एक्सरसाइज तो एग्जाम च सिनेरियो है, क्वेश्चन पूछ लिया जाता है। A joint special force exercise of Indo-US ex Vajra Prahar 2022 has been commenced at। ਭਾਰਤ ਅਮਰੀਕਾ ਦਾ ਇੱਕ ਸੰਯੁਕਤ ਵਿਸ਼ੇਸ਼ ਬਲ ਅਭਿਆਸ ਐਕਸ ਵਜਰਾ ਪ੍ਰਹਾਰ 2022 ਕਿੱਥੇ ਸ਼ੁਰੂ ਕੀਤਾ ਗਿਆ ਹੈ? ਤਾਂ ਇਹ ਸ਼ੁਰੂ ਕੀਤਾ ਗਿਆ ਬਕਲੋਹ ਹਿਮਾਚਲ ਪ੍ਰਦੇਸ਼ ਵਿੱਚ। ਬਕਲੋਹ ਹਿਮਾਚਲ ਪ੍ਰਦੇਸ਼ ਵਿੱਚ। 12ਵਾਂ क्वेश्चन Name the Indian American teenager who has been crowned Miss India USA 2022। इंपॉर्टेंट है ये भी। भारतीय अमरीकी किशोर का नाम दसो जिसनों मिस इंडिया USA 2022 का ताज मिला है। Then आर्या वलवेकर has been crowned Miss India USA 2022। आर्या वलवेकर ਨੂੰ मिस इंडिया USA 2022 का ताज मिले। ਜਿਹੜੇ भी विद्यार्थी चाहते हैं कि उन्होंने जनवरी तो लैके जुलाई तक के करंट अफेयर एक ही जगह मिल जाए, जुलाई तो लैके जनवरी तो लैके जुलाई तक के करंट अफेयर्स एक ही जगह मिल जाए, तो उस वास्ते चैनल ने जो है मैगजीन लॉन्च की है। मैगजीन च तुहानू करंट अफेयर्स मिलणगे जनवरी तो लैके जुलाई तक, ते बाकी लेटेस्ट अपॉइंटमेंट्स, लेटेस्ट अवार्ड्स, इंडिया की रैंकिंग, मिलिट्री एक्सरसाइज, इंपॉर्टेंट डेज विद थीम्स, ये सारी चीज़ां मिलणगियां जनवरी तो लैके मई तक दियां। सो जेडे भी विद्यार्थी ये मैगजीन खरीदना चाहते हैं वो इस WhatsApp नंबर से संपर्क कर सकते हैं 9041540772। ਜਿਹੜੇ भी विद्यार्थी ये मैगजीन खरीदना चाहते हैं वो इस WhatsApp नंबर से संपर्क कर सकते हैं। जल्दी तो जल्दी तुसी ये मैगजीन खरीदनी है क्योंकि मैगजीन का सिर्फ 20 मैगजीन का स्टॉक ही लैफ्ट है, उस तो बाद मैगजीन किसी भी विद्यार्थी को नहीं दी जाएगी। सो जो भी विद्यार्थी इंटरस्टेड ने वो इस नंबर से WhatsApp करके पूरी जानकारी मैगजीन के रिलेटेड जो ले सकते हैं। सो असी आते हैं एक बार दोबारा क्वेश्चन वाल। 13th क्वेश्चन What is the theme of International Day of World Indigenous People 2022? विश्व के आदिवासी लोगों के अंतरराष्ट्रीय दिवस 2022 का थीम की सी? तो उसका थीम सी द रोल ऑफ इंडिजिनस वूमेन इन द प्रजर्वेशन एंड ट्रांसमिशन ऑफ ट्रेडिशनल नॉलेज। ठीक है जी। 14th क्वेश्चन Which company is set to replace Paytm as title sponsor for the board of control for cricket in India? ਕਿਹੜੀ ਕੰਪਨੀ ਭਾਰਤ ਵਿੱਚ ਕ੍ਰਿਕਟ ਕੰਟਰੋਲ ਬੋਰਡ ਲਈ ਟਾਈਟਲ ਸਪਾਂਸਰ ਵਜੋਂ Paytm ਨੂੰ ਬਦਲਣ ਲਈ ਤਿਆਰ ਹੈ? ਤਾਂ ਮਾਸਟਰਕਾਰਡ ਉਹ ਕੰਪਨੀ ਹੈ।
ठीक है जी। मास्टर कार्ड इज द कंपनी विच इज सेट टू रिप्लेस पेटीएम एज द टाइटल स्पॉन्सर फॉर द बोर्ड ऑफ कंट्रोल फॉर क्रिकेट इन इंडिया। 15th क्वेश्चन मोस्ट इंपोर्टेंट क्वेश्चन है क्योंकि अपकमिंग एग्जाम च पूछा जा सकता है। सारे ही अपकमिंग एग्जाम जिवें कोर्ट क्लर्क एग्जाम है, वीडियो का एग्जाम है, एक्साइज एंड टैक्सेशन का एग्जाम है, PBBL क्लर्क का एग्जाम है, जूनियर ड्राफ्ट्समैन का एग्जाम है, या फिर पंजाब पुलिस का जो एग्जाम होना है उस वास्ते। क्वेश्चन है हु हैज बीन इलैक्टेड एज डिप्टी वाइस प्रेजिडेंट ऑफ इंटरनेशनल चैस फैडरेशन, जिसनों ਆਪਾਂ फाइड भी कहते हैं। अंतरराष्ट्रीय शतरंज फैडरेशन फाइड ਦੇ ਉਪ ਪ੍ਰਧਾਨ ਵਜੋਂ ਕੌਣ ਚੁਣਿਆ ਗਿਆ ਹੈ? ਤਾਂ ਵਿਸ਼ਵਨਾਥਨ ਆਨੰਦ ਨੂੰ ਕੀ ਚੁਣਿਆ ਗਿਆ ਹੈ? ਵਾਈਸ ਪ੍ਰੈਜ਼ੀਡੈਂਟ ਚੁਣਿਆ ਗਿਆ ਇੰਟਰਨੈਸ਼ਨਲ ਚੈਸ ਫੈਡਰੇਸ਼ਨ ਦਾ, ਜਿਸ ਨੂੰ ਅਸੀਂ ਫਾਈਡ ਵੀ ਕਹਿੰਦੇ ਆ। ਜੇਕਰ ਅਸੀਂ ਪ੍ਰੈਜ਼ੀਡੈਂਟ ਦੀ ਗੱਲ ਕਰੀਏ ਤਾਂ ਇਹਨਾਂ ਦੇ ਪ੍ਰੈਜ਼ੀਡੈਂਟ ਨੇ ਅਰਕਾਡੀ ਡਵੋਰਕੋਵਿਚ, ਜੋ ਕਿ ਰਸ਼ੀਆ ਤੋਂ ਬਿਲੋਂਗ ਕਰਦੇ ਨੇ। ਅਰਕਾਡੀ ਡਵੋਰਕੋਵਿਚ ਜੋ ਕਿ ਰਸ਼ੀਆ ਤੋਂ ਬਿਲੋਂਗ ਕਰਦੇ ਨੇ, ਠੀਕ ਹੈ ਜੀ। डिप्टी वाइस प्रेजिडेंट की जेकर गल करिए तो विश्वनाथन आनंद ने, ठीक है जी, किस दे? इंटरनेशनल चैस फैडरेशन। 16th क्वेश्चन सो जो भी विद्यार्थी ये लाइव क्लास अटेंड कर रहे हैं वह विद्यार्थी किसी भी तरह के जेकर सजेशन देना चाहते हैं तो कमेंट बॉक्स से कमेंट करके दस सकते हैं। किसी भी तरह की कोई भी क्वेरी है ਉਹ ਤੁਸੀਂ ਕਮੈਂਟ ਬਾਕਸ 'ਚ ਕਮੈਂਟ ਕਰ ਸਕਦੇ ਨੇ। ਜਿਹੜੇ ਵੀ ਵਿਦਿਆਰਥੀ ਇਹ ਵੀਡੀਓ ਨੂੰ ਲਾਈਵ ਦੇਖ ਰਹੇ ਨੇ ਉਹ ਆਪਣੇ ਯਾਰਾਂ ਦੋਸਤਾਂ ਨਾਲ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਨ ਤਾਂ ਕਿ ਵੱਧ ਤੋਂ ਵੱਧ ਵਿਦਿਆਰਥੀ ਇਸ ਦਾ ਲਾਭ ਲੈ ਸਕਣ। ਸੋ 16ਵਾਂ ਕੁਐਸਚਨ ਦੀ ਮਿਨਿਸਟਰੀ ਆਫ ਸਿਵਲ ਐਵੀਏਸ਼ਨ ਰੀਸੈਂਟਲੀ ਫਲੈਗਡ ਆਫ ਦੀ ਫਸਟ ਫਲਾਈਟ ਆਫ ਆਕਾਸ਼ਾ ਏਅਰ ਫਰੋਮ ਮੁੰਬਈ ਮਹਾਰਾਸ਼ਟਰ ਟੂ। ਸ਼ਹਿਰੀ ਹਵਾਬਾਜ਼ੀ ਮੰਤਰਾਲੇ ਨੇ ਹਾਲ ਹੀ ਵਿੱਚ ਮੁੰਬਈ ਮਹਾਰਾਸ਼ਟਰ ਤੋਂ ਕਿਹੜੇ ਸ਼ਹਿਰ ਲਈ ਆਕਾਸ਼ਾ ਏਅਰ ਦੀ ਪਹਿਲੀ ਉਡਾਨ ਨੂੰ ਹਰੀ ਝੰਡੀ ਦਿਖਾਈ ਹੈ? ਤਾਂ ਮਿਨਿਸਟਰੀ ਆਫ ਸਿਵਲ ਐਵੀਏਸ਼ਨ ਨੇ ਆਕਾਸ਼ਾ ਏਅਰਲਾਈਨ ਦੀ ਮੁੰਬਈ ਮਹਾਰਾਸ਼ਟਰ ਤੋਂ ਅਹਿਮਦਾਬਾਦ ਗੁਜਰਾਤ ਦੀ ਫਲਾਈਟ ਨੂੰ ਹਰੀ ਝੰਡੀ ਦਿਖਾਈ ਹੈ। 17th क्वेश्चन इंपॉर्टेंट क्वेश्चन क्योंकि आज मोस्टली इंपॉर्टेंट ही ने सारे। विच इंडियन आर्म्ड फोर्स लॉन्च दी हिम ड्रोनेथॉन प्रोग्राम? किस भारतीय हथियारबंद बल ने हिम ड्रोनेथॉन प्रोग्राम की शुरुआत की है? इंडियन आर्मी लॉन्च दी हिम ड्रोनेथॉन प्रोग्राम। इंडियन आर्मी ने लॉन्च किया हिम ड्रोनेथॉन प्रोग्राम। 18वां क्वेश्चन वट इज द न्यू नेम ऑफ न्यू दिल्ली इंटरनेशनल आर्बिट्रेशन सेंटर? नवी दिल्ली इंटरनेशनल आर्बिट्रेशन सेंटर का नवा नाम की है? तो इसका नाम बदल के कर दिता गया है इंडिया इंटरनेशनल आर्बिट्रेशन सेंटर। इंडिया इंटरनेशनल आर्बिट्रेशन सेंटर। 19वां क्वेश्चन इंपॉर्टेंट है। The world's highest railway bridge is located in which Indian state come UT? विश्व का सब तो ऊंचा रेलवे पुल भारत के किस राज कम यूटी विच स्थित है? तो यह है जी जम्मू एंड कश्मीर विच, जो कि चेनाब ब्रिज के नाम तो भी फेमस है। ठीक है जी, रेलवे ब्रिज बनाया गया है, इसकी आर्च है जो वो कंप्लीट कर दी गई है। वैसे पिछले साल ही कंप्लीट हो गया सी, वैसे शायद ਜਿਹੜੀ ਇਸ ਦੀ ਆਰਚ ਰਹਿੰਦੀ ਸੀ ਉਹ ਇੱਕ ਕੰਪਲੀਟ ਹੁਣ ਕਰ ਦਿੱਤੀ ਗਈ ਹੈ। ਚੇਨਾਬ ਬ੍ਰਿਜ ਇਸ ਦਾ ਨਾਮ, ਚੇਨਾਬ ਰੇਲਵੇ ਬ੍ਰਿਜ ਵੀ ਇਸ ਨੂੰ ਅਸੀਂ ਕਹਿੰਦੇ ਹਾਂ, ਜੰਮੂ ਐਂਡ ਕਸ਼ਮੀਰ 'ਚ ਇਹ ਪੈਂਦਾ। 20ਵਾਂ ਕੁਐਸਚਨ ਵਿਚ ਸਟੇਟ ਇੰਟਰੋਡਿਊਸ ਦੀ ਕਨਸਟੀਟਿਊਸ਼ਨ ਅਮੈਂਡਮੈਂਟ ਬਿਲ 2022 ਫॉर द इंसर्शन ऑफ अ न्यू आर्टिकल 3A? किस राज ने संविधान सोध बिल 2022 पेश किया एक नवी धारा 3A ਨੂੰ ਸ਼ਾਮਲ ਕਰਨ ਲਈ? ਸੋ ਆਂਧਰਾ ਪ੍ਰਦੇਸ਼ ਨੇ ਇਹ ਕਨਸਟੀਟਿਊਸ਼ਨਲ ਅਮੈਂਡਮੈਂਟ ਬਿੱਲ ਪੇਸ਼ ਕੀਤਾ ਹੈ, ਠੀਕ ਹੈ ਜੀ, ਆਰਟੀਕਲ 3A ਨੂੰ ਇਨਸਰਟ ਕਰਨ ਵਾਸਤੇ। 21st question in which city will the 12th Deaf Expo 2022 be held in India from October 18 to 22nd of October 2022? 18 ਅਕਤੂਬਰ ਤੋਂ 22 ਅਕਤੂਬਰ 2022 ਤੱਕ ਭਾਰਤ ਵਿੱਚ 12ਵਾਂ ਡਿਫ ਐਕਸਪੋ 2022 ਕਿਸ ਸ਼ਹਿਰ ਵਿੱਚ ਆਯੋਜਿਤ ਕੀਤਾ ਜਾਊਗਾ? ਤਾਂ ਇਹ ਆਯੋਜਿਤ ਕੀਤਾ ਜਾਊਗਾ ਜੀ ਗਾਂਧੀ ਨਗਰ ਗੁਜਰਾਤ ਵਿਖੇ। ਗਾਂਧੀ ਨਗਰ ਗੁਜਰਾਤ ਵਿਖੇ ਆਯੋਜਿਤ
दिता जाऊगा तो इसकी थीम की है पाथ टू प्राइड। डेफ एक्सपो 2022 की थीम की है पाथ टू प्राइड। 22nd क्वेश्चन 22वां क्वेश्चन नेम द ऑर्गेनाइजेशन दैट रिसेंटली पब्लिश्ड ए न्यू बुक टाइटल फील्ड गाइड बर्ड्स ऑफ इंडिया। उस संस्था का नाम दसो जिसने हाल ही विच फील्ड गाइड बर्ड्स ऑफ इंडिया सिरलेख वाली एक नवी किताब प्रकाशित की है। तो जूलॉजिकल सर्वे ऑफ इंडिया ने की है फील्ड गाइड बर्ड्स ऑफ इंडिया नामक किताब है जो वो की है पब्लिश की है। 23rd question which country men's team has won the gold in the 44th edition of chess olympiad held in chennai तमिलनाडु। चेन्नई तमिलनाडु विच आयोजित शतरंज ओलंपियाड के 44वें एडिशन विच किस देश की पुरुष टीम ने सोन तगमा जीता है? उज्बेकिस्तान ने की जीता है जी गोल्ड जीता है ते इंडिया ने ब्रॉन्ज जीता। उज्बेकिस्तान ने की जीता है गोल्ड जीता। 24th question जेम्स मारापे has been re-elected as the prime minister of which country for the second term? जेम्स मारापे ਨੂੰ ਦੂਜੀ ਵਾਰ ਕਿਸ ਦੇਸ਼ ਦਾ ਪ੍ਰਧਾਨ ਮੰਤਰੀ ਚੁਣਿਆ ਗਿਆ ਹੈ? ਪਪੂਆ ਨਿਊ ਗਿਨੀ ਦਾ ਪ੍ਰਧਾਨ ਮੰਤਰੀ ਚੁਣਿਆ ਗਿਆ ਹੈ ਕਿਸ ਨੂੰ? ਜੇਮਸ ਮਾਰਾਪੇ। 25th क्वेश्चन इंपॉर्टेंट क्वेश्चन है ये भी। लीजेंडरी टेनिस प्लेयर सेरेना विलियम्स, ठीक है जी, रिसेंटली अनाउंस्ड हर रिटायरमेंट फ्रॉम टेनिस हैज वॉन हाउ मैनी ग्रैंड स्लैम वुमेन सिंगल टाइटल? महान टेनिस खिडारन सेरेना विलियम्स ने हाल ही विच टेनिस तो संन्यास लैण का ऐलान किया है। उसने किन्ने महिला सिंगल ग्रैंड स्लैम खिताब जीते हैं? तो टोटल 23 ग्रैंड स्लैम वुमेन सिंगल टाइटल जीते ने सेरेना विलियम्स। 26th क्वेश्चन अकॉर्डिंग टू द यूनाइटेड नेशन रिपोर्ट इंडिया हैज बीन रैंक्ड डैश इन द लिस्ट ऑफ 20 ग्लोबल इकोनॉमी फॉर डिजिटल करेंसी ओनरशिप एज शेयर ऑफ पॉपुलेशन। संयुक्त राष्ट्र की रिपोर्ट के अनुसार भारत को आबादी के हिस्से वजों डिजिटल मुद्रा मालकी लई चोटी दियां 20 ग्लोबल अर्थव्यवस्थावां की सूची विच डैश दर्जा दिता गया है तो 7वां दर्जा, ठीक है जी, 7th रैंक दिता गया है इंडिया, ठीक है जी। 27th क्वेश्चन which union minister has recently released 2 books titled as Heartfelt the Legacy of Faith Modi @20 Dreams Meet Delivery? किस केंद्रीय मंत्री ने हाल ही विच हार्टफेल्ट दी लेजेसी ऑफ फेथ ਅਤੇ ਮੋਦੀ @20 ਡ੍ਰੀਮਸ ਮੀਟ ਡਿਲੀਵਰੀ ਨਾਮ ਦੀਆਂ 2 ਕਿਤਾਬਾਂ ਰਿਲੀਜ਼ ਕੀਤੀਆਂ ਨੇ? ਤਾਂ ਇਹ ਰਿਲੀਜ਼ ਕੀਤੀਆਂ ਨੇ ਜੀ ਮੀਨਾਕਸ਼ੀ ਲੇਖੀ ਨੇ। ਜੋ ਵੀ ਵਿਦਿਆਰਥੀ ਸੁਣਦੇ ਮੀਨਾਕਸ਼ੀ ਲੇਖੀ ਕੋਲ ਕਿਹੜੇ यूनियन मिनिस्टर ने मीनाक्षी लेखी ਇਹ ਤੁਸੀਂ कमेंट बॉक्स 'ਚ कमेंट करके दसना ਕਿਹੜੀ यूनियन मिनिस्ट्री है ਇਹਨਾਂ ਕੋਲ, ठीक है जी। 28th क्वेश्चन which is the first global big tech company to join the open network for digital commerce? डिजिटल कॉमर्स ਲਈ ओपन नेटवर्क ਵਿੱਚ शामिल होने वाली पहली ग्लोबल ਵੱਡੀ तकनीकी कंपनी ਕਿਹੜੀ ਹੈ? ਤਾਂ ਉਹ ਹੈ ਜੀ Microsoft is the first global big tech company to join the open network for digital commerce। जो ਅਸੀਂ ਇਹ वन लाइनर क्वेश्चन करते हैं ਇਹ वन लाइनर क्वेश्चन ਅਸੀਂ बेसिकली इस पर्पस तो करते हैं ताकि जो एग्जाम 'ਚ ਤੁਹਾਨੂੰ 4 ऑप्शन आण ਤਾਂ ਉਹਨਾਂ ਵਿੱਚੋਂ ਤੁਹਾਨੂੰ ਕਰੈਕਟ ऑप्शन ਲੱਭਣਾ ਨਾ ਪਵੇ, ਤੁਹਾਨੂੰ ਪੈਟ ਆਨਸਰ ਯਾਦ ਹੋਵੇ ਤੇ ਉਹ 3 ऑप्शन ਤੁਸੀਂ ਐਟ ਦੀ ਸਪੋਟ ਹੀ ਨੈਗਲੈਕਟ ਕਰ ਸਕੋ ਜਿਸ ਦੇ ਨਾਲ ਤੁਹਾਡੀ ਤਿਆਰੀ ਵਧੀਆ ਹੋਵੇ। 4 ऑप्शन ਅਸੀਂ ਇਸੇ ਕਾਰਨ ਨਹੀਂ ਦਿੰਦੇ ਵੀਡੀਓ 'ਚ ਕਿਉਂਕਿ 4 ऑप्शन ਜਦੋਂ ਅਸੀਂ ਪੜ੍ਹਦੇ ਹਾਂ ਤਾਂ ਜਦੋਂ ਅਸੀਂ ਐਗਜ਼ਾਮ ਵਿੱਚ ਜਾਂਦੇ ਹਾਂ ਤਾਂ ਉੱਥੇ ਉਹ ऑप्शन ਸਾਡੇ ਦਿਮਾਗ ਵਿੱਚ ਕਿਤੇ ਨਾ ਕਿਤੇ ਸਟ੍ਰਾਈਕ ਕਰਦੇ ਨੇ ਤੇ ਸਾਡਾ ਕੁਐਸਚਨ ਗਲਤ ਹੋਣ ਦੀ ਸੰਭਾਵਨਾ ਰਹਿੰਦੀ ਹੈ। ਇਸ ਕਾਰਨ ਅਸੀਂ वन ਲਾਈਨਰ ਹੀ ਕਰਦੇ ਹਾਂ ਤਾਂ ਕਿ ਜਦੋਂ ਉੱਥੇ ਕੁਐਸਚਨ ਆਵੇ ਤਾਂ ਕੁਐਸਚਨ ਪੜ੍ਹਦੇ ਹੀ ਸਾਨੂੰ ਆਨਸਰ ਸਾਡੇ ਦਿਮਾਗ ਵਿੱਚ ਇੱਕ ਹੀ ਹੋਵੇ। ਸੋ ਇਸ ਕਾਰਨ ਅਸੀਂ वन ਲਾਈਨਰ ਤੇ
ज़्यादा ਪ੍ਰੈਫਰੈਂਸ ਦਿੰਦੇ ਆ। ਸੋ ਅੱਗੇ ਚੱਲਦੇ ਆ। 29th question, which company developed the second generation 2G ethanol plant which was recently inaugurated? किस कंपनी ने सेकंड जनरेशन इथानॉल प्लांट विकसित किया है जिसका उद्घाटन हाल ही विच किया गया सी? IOCL इंडियन ऑयल कॉरपोरेशन लिमिटेड ने डेवलप किया है सेकंड जनरेशन 2G इथानॉल प्लांट। 30th question, which Indian politician was conferred with France's highest civilian Chevalier da la Légion d'honneur ਨਾਲ ਸਨਮਾਨਿਤ ਕੀਤਾ ਗਿਆ ਹੈ? ਕਿਸ ਭਾਰਤੀ ਸਿਆਸਤਦਾਨ ਨੂੰ ਫਰਾਂਸ ਦੇ ਸਰਵਉੱਚ ਨਾਗਰਿਕ ਪੁਰਸਕਾਰ ਸੈਵਲੀਅਰ ਦਾ ਲਾ ਲੀਜਨ ਡੀ ਓਨਰ ਨਾਲ ਸਨਮਾਨਿਤ ਕੀਤਾ ਗਿਆ ਹੈ? ਤਾਂ ਉਹ ਨੇ ਜੀ ਸ਼ਸ਼ੀ ਥਰੂਰ। ਸ਼ਸ਼ੀ ਥਰੂਰ। 31st क्वेश्चन जो कि इंपॉर्टेंट भी है। दी स्पार्क की फुल फॉर्म क्या है? द स्पेस टेक पार्क, इंडियाज फर्स्ट वर्चुअल स्पेस टेक्नोलॉजी म्यूजियम वाज क्रिएटेड बाय विच ऑर्गेनाइजेशन? स्पार्क स्पेस टेक पार्क भारत का पहला वर्चुअल स्पेस टेक्नोलॉजी म्यूजियम किस संस्था द्वारा बनाया गया है? तो यह बनाया गया इसरो द्वारा, इंडियन स्पेस रिसर्च ऑर्गेनाइजेशन इसरो द्वारा इसनों बनाया गया है। ठीक है जी। हुण तुसीं कमेंट बॉक्स च कमेंट करके दसना है इसरो की इस्टैबलिशमेंट ईयर कदों इसरो इस्टैबलिश की गई सी। ठीक है जी। तो इसरो का हैडकुआटर कित्थे है, यह भी तुसीं कमेंट बॉक्स च कमेंट करके दसना है। तो एट प्रेजेंट ठीक है जी इसके हैड कौन इसरो च मतलब कि, ठीक है जी, यह तुसीं डायरैक्टर हो गया, यह तुसीं दसना है। 32nd क्वेश्चन जो कि मोस्ट इंपोर्टेंट है, एग्जाम च पूछा जा सकता है, जिमें कि कोर्ट क्लर्क का एग्जाम होना है उस विच पूछा जा सकता है। हु वाज रिसेंटली अपॉइंटेड एज द 49th चीफ जस्टिस ऑफ इंडिया? किस नूं हाल ही विच भारत के 49वें चीफ जस्टिस वजों नियुक्त किया गया है? तो उदय उमेश ललित जी नूं, जस्टिस उदय उमेश ललित जी नूं अपॉइंट किया गया 49th चीफ जस्टिस ऑफ इंडिया, जो कि रिप्लेस करेंगे CGI जस्टिस NV रमाना। ठीक है जी। आगे चलते हैं जी। 33rd क्वेश्चन, नेम द कंट्री that has organized the virtual meet of the Asian Regional Forum? उस देश का नाम दसो जिसने एशियन रीजनल फोरम की वर्चुअल मीटिंग का आयोजन किया है? तो वह है जी इंडिया। थीम की है इसकी मेकिंग अवर इलेक्शंस इंक्लूसिव एक्सेसिबल एंड पार्टिसिपेटिव। 34th क्वेश्चन, व्हाट इज द थीम ऑफ इंटरनेशनल यूथ डे? अंतरराष्ट्रीय युवा दिवस का विषय की सी? इंटरजनरेशनल सॉलिडरिटी क्रिएटिंग ए वर्ल्ड फॉर ऑल एज। ठीक है जी। इंटरनेशनल यूथ डे 2022 की थीम सी है इंटरजनरेशन सॉलिडरिटी creating a world for all ages। 35th question, which organization has launched the India Ki Udaan to celebrate the 75th year of independence of India? भारत की आज़ादी के 75 साल मनाने लई किस संस्था ने भारत की उड़ान की शुरुआत की है? तो यह गूगल ने शुरू की है। गूगल के CEO कौन ने? सुंदर पिचाई। सुंदर पिचाई। 36th क्वेश्चन, कोटक महिंद्रा बैंक हैज लॉन्च्ड एन अकाउंट नेम कोटक क्रेम। दिस अकाउंट हैज बीन क्लासिफाइड इन विच कैटेगरी ऑफ सेविंग अकाउंट? कोटक महिंद्रा बैंक ने कोटक क्रेम नाम का खाता शुरू किया है। इस खाते नूं बचत खाते की किस श्रेणी विच श्रेणीबद्ध किया गया है? तो यह की है जी एक सैलरी अकाउंट है कोटक क्रेम, जो कि कोटक महिंद्रा बैंक वालों लॉन्च किया गया है। 37th क्वेश्चन, उम्मीद मार्केट प्लेस अंडर अफसर स्कीम ऑफ एयरपोर्ट अथॉरिटी ऑफ इंडिया हैज बीन इनॉग्रेटेड इन विच ऑफ द इंटरनेशनल एयरपोर्ट? एयरपोर्ट अथॉरिटी ऑफ इंडिया की अफसर स्कीम के तहत उम्मीद मार्केट प्लेस का उद्घाटन किस अंतरराष्ट्रीय हवाई अड्डे से किया गया है? तो इसका उद्घाटन किया गया है जी श्रीनगर इंटरनेशनल एयरपोर्ट। 38th क्वेश्चन,
recently who has been selected as AIFF ਫੁੱਟਬਾਲਰ ਆਫ ਦੀ ਈਅਰ। ਹਾਲ ਹੀ ਵਿੱਚ AIFF ਫੁੱਟਬਾਲਰ ਆਫ ਦੀ ਈਅਰ ਵਜੋਂ ਕਿਸ ਨੂੰ ਚੁਣਿਆ ਗਿਆ ਹੈ? ਸੁਨੀਲ ਛੇਤਰੀ ਤੇ ਮਨੀਸ਼ਾ ਕਲਿਆਣ ਨੂੰ ਚੁਣਿਆ ਗਿਆ ਹੈ AIFF ਫੁੱਟਬਾਲਰ ਆਫ ਦੀ ਈਅਰ। 39th question, in which state 22nd ਭਾਰਤ ਰੰਗ ਮਹੋਤਸਵ has been inaugurated? ਕਿਸ ਰਾਜ ਵਿੱਚ 22ਵੇਂ ਭਾਰਤ ਰੰਗ ਮਹੋਤਸਵ ਦਾ ਉਦਘਾਟਨ ਕੀਤਾ ਗਿਆ ਹੈ? ਤਾਂ ਮਹਾਰਾਸ਼ਟਰ ਵਿੱਚ ਸ਼ੁਰੂ ਕੀਤਾ ਗਿਆ ਹੈ 22nd ਭਾਰਤ ਰੰਗ ਮਹੋਤਸਵ। 40th ਕੁਐਸਚਨ ਤੇ ਅੱਜ ਦੀ ਸਪੈਸ਼ਲ ਕਲਾਸ ਦਾ ਠੀਕ ਹੈ ਜੀ ਆਖਰੀ ਕੁਐਸਚਨ, who has become the first Indian psychologist to be inducted into the US Heritage Wall of Fame? ਅਮਰੀਕਾ ਦੀ ਹੈਰੀਟੇਜ ਵਾਲ ਆਫ ਫੇਮ ਵਿੱਚ ਸ਼ਾਮਲ ਹੋਣ ਵਾਲਾ ਪਹਿਲਾ ਭਾਰਤੀ ਮਨੋਵਿਗਿਆਨਿਕ ਕੌਣ ਬਣਿਆ? ਤਾਂ ਉਹ ਬਣਿਆ ਜੀ ਰਾਮਾਧਰ ਸਿੰਘ। ਸੋ ਜੋ ਵੀ ਸਟੂਡੈਂਟਸ ਇਹ ਲਾਈਵ ਕਲਾਸ ਅਟੈਂਡ ਕਰ ਰਹੇ ਨੇ ਠੀਕ ਹੈ ਜੀ, ਉਹ ਜੇਕਰ ਉਹਨਾਂ ਨੂੰ ਅੱਜ ਦੀ ਇਹ ਕਲਾਸ ਵਧੀਆ ਲੱਗੀ ਤਾਂ ਵੀਡੀਓ ਨੂੰ ਉਹਨਾਂ ਨੇ ਜ਼ਰੂਰ ਲਾਈਕ ਕਰਨਾ ਹੈ ਤੇ ਆਪਣੇ ਦੋਸਤਾਂ ਮਿੱਤਰਾਂ ਨਾਲ ਜ਼ਰੂਰ ਸ਼ੇਅਰ ਕਰਨਾ ਹੈ ਤਾਂ ਕਿ ਉਹ ਵੀਡੀਓ ਦਾ ਪੂਰਾ ਲਾਭ ਲੈ ਸਕਣ। ਜਿਵੇਂ ਕਿ ਅਸੀਂ ਪਹਿਲਾਂ ਵੀ ਦੱਸਿਆ ਵੀ ਜਿਹੜੇ ਵਿਦਿਆਰਥੀ ਚਾਹੁੰਦੇ ਨੇ ਕਿ ਉਹਨਾਂ ਨੂੰ ਜਨਵਰੀ ਤੋਂ ਲੈ ਕੇ ਜੁਲਾਈ ਤੱਕ ਦੇ ਕਰੰਟ ਅਫੇਅਰ ਇੱਕ ਹੀ ਜਗ੍ਹਾ ਮਿਲ ਜਾਣ ਤਾਂ ਉਹਨਾਂ ਵਾਸਤੇ ਸਾਡੇ ਚੈਨਲ ਪੰਜਾਬ ਨੌਲੇਜ ਹੱਬ ਦੁਆਰਾ ਇੱਕ ਮੈਗਜ਼ੀਨ ਲਾਂਚ ਕੀਤੀ ਗਈ ਹੈ। ਮੈਗਜ਼ੀਨ ਵਿੱਚ ਤੁਹਾਨੂੰ ਵਨ ਲਾਈਨਰ ਕਰੰਟ ਅਫੇਅਰ ਮਿਲਣਗੇ ਜਨਵਰੀ ਤੋਂ ਲੈ ਕੇ ਜੁਲਾਈ 2022 ਤੱਕ ਤੇ ਲੇਟੈਸਟ ਅਪਾਇੰਟਮੈਂਟਸ, ਲੇਟੈਸਟ ਅਵਾਰਡਸ, ਮਿਲਟਰੀ ਐਕਸਰਸਾਈਜ਼, ਇੰਡੀਆ ਦੀ ਰੈਂਕਿੰਗ, ਇਹ ਸਭ ਮਿਲੂਗਾ ਤੁਹਾਨੂੰ ਜਨਵਰੀ ਤੋਂ ਲੈ ਕੇ ਮਈ 2022 ਤੱਕ। ਕਰੰਟ ਅਫੇਅਰ ਮਿਲਣਗੇ ਜਨਵਰੀ ਤੋਂ ਲੈ ਕੇ ਜੁਲਾਈ 2022 ਤੱਕ। ਮੈਗਜ਼ੀਨ ਦਾ ਪ੍ਰਾਈਸ ਹੈ ਜੋ ਉਹ ਰੱਖਿਆ ਗਿਆ ਹੈ 300 ਰੁਪਏ, ਜਿਸ ਵਿੱਚ ਡਿਲੀਵਰੀ ਚਾਰजेस ਵੀ ਇਨਕਲੂਡਡ ਨੇ। ਤੁਹਾਨੂੰ ਅਲੱਗ ਤੋਂ ਕੋਈ ਪੈਸਾ ਨਹੀਂ ਦੇਣਾ, 300 ਰੁਪਏ ਵਿੱਚ ਹੀ ਤੁਹਾਡੇ ਘਰ ਤੱਕ ਬੁੱਕ ਪਹੁੰਚਾਈ ਜਾਊਗੀ। ਜੇਕਰ ਤੁਸੀਂ ਇਸ ਬੁੱਕ ਨੂੰ ਲੈਣਾ ਚਾਹੁੰਦੇ ਹੋ ਤਾਂ ਤੁਸੀਂ ਇਸ ਨੰਬਰ ਤੇ ਇਸ WhatsApp ਨੰਬਰ ਤੇ ਸੰਪਰਕ ਕਰ ਸਕਦੇ ਹੋ 9041540772। ਇਸ WhatsApp ਨੰਬਰ ਤੇ ਤੁਸੀਂ WhatsApp ਕਰਕੇ ਬੁੱਕ ਦੇ ਬਾਇੰਗ ਪ੍ਰੋਸੀਜਰ ਰਿਲੇਟਡ ਕੋਈ ਵੀ ਜਾਣਕਾਰੀ ਹੈ ਜੋ ਉਹ ਲੈ ਸਕਦੇ ਹੋ। ਸੋ ਇੱਕ ਵਾਰ ਫਿਰ ਤੋਂ ਜੇਕਰ ਤੁਹਾਨੂੰ ਅੱਜ ਦੀ ਇਹ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਤੁਸੀਂ ਜ਼ਰੂਰ ਕਰਨਾ ਹੈ ਤੇ ਸ਼ੇਅਰ ਵੀ ਜ਼ਰੂਰ ਕਰਨਾ ਹੈ। ਹੁਣ ਸਕਰੀਨ ਤੇ ਤੁਸੀਂ ਸਾਡੇ ਚੈਨਲ ਦੇ ਕੁਝ ਅਫੀਸ਼ੀਅਲ ਸੋਸ਼ਲ ਮੀਡੀਆ ਅਕਾਊਂਟਸ ਦੇਖ ਰਹੇ ਹੋ। ਜੇਕਰ ਤੁਸੀਂ ਸਾਡੇ ਨਾਲ ਫੇਸਬੁੱਕ, ਟੈਲੀਗ੍ਰਾਮ, ਇੰਸਟਾਗ੍ਰਾਮ ਜਾਂ YouTube ਤੇ ਜੁੜਨਾ ਚਾਹੁੰਦੇ ਹੋ ਤਾਂ ਤੁਸੀਂ ਇਹਨਾਂ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਸ ਤੇ ਸਾਡੇ ਨਾਲ ਵੀਡੀਓ 'ਚ ਦਿੱਤੇ ਗਏ ਲਿੰਕ, ਵੀਡੀਓ ਦੇ ਡਿਸਕ੍ਰਿਪਸ਼ਨ ਬਾਕਸ 'ਚ ਦਿੱਤੇ ਗਏ ਲਿੰਕ ਰਾਹੀਂ ਜੁੜ ਸਕਦੇ ਹੋ ਜਾਂ ਫਿਰ ਇਹਨਾਂ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਸ ਤੇ ਜਾ ਕੇ ਤੁਸੀਂ ਸਰਚ ਕਰ ਸਕਦੇ ਹੋ @ਪੰਜਾਬ ਨੌਲੇਜ ਹੱਬ। ਜੇਕਰ ਤੁਹਾਨੂੰ ਮੌਕ ਟੈਸਟ ਦੇ ਰਿਗਾਰਡਿੰਗ ਕੋਈ ਵੀ ਕੁਐਰੀ ਹੈ ਜਾਂ ਮੈਗਜ਼ੀਨ ਜਾਂ ਬੁੱਕ ਖਰੀਦਣ ਦੇ ਰਿਗਾਰਡਿੰਗ ਕੋਈ ਵੀ ਕੁਐਰੀ ਹੈ ਤਾਂ ਤੁਸੀਂ ਇਸ WhatsApp ਨੰਬਰ ਤੇ WhatsApp ਮੈਸੇਜ ਛੱਡ ਸਕਦੇ ਹੋ 9041540772 ਤੇ ਕਿਸੇ ਵੀ ਤਰ੍ਹਾਂ ਦੇ ਕੁਐਰੀ ਤੁਸੀਂ ਆਪਣੀ ਛੱਡ ਸਕਦੇ ਹੋ। ਕਾਲਸ ਇਸ ਨੰਬਰ ਤੇ ਐਂਟਰਟੇਨ ਕੀਤੀਆਂ ਜਾਂਦੀਆਂ ਨੇ ਸ਼ਾਮ ਨੂੰ 8 ਵਜੇ ਤੋਂ ਲੈ ਕੇ 10 ਵਜੇ ਦੇ ਵਿਚਕਾਰ। ਠੀਕ ਹੈ ਜੀ, ਮੈਸੇਜ ਤੁਸੀਂ ਇਸ ਨੰਬਰ ਤੇ ਕਰ ਸਕਦੇ ਹੋ। WhatsApp ਮੈਸੇਜ ਦਾ ਰਿਪਲਾਈ ਤੁਹਾਨੂੰ ਇਸ ਨੰਬਰ ਤੋਂ ਵਾਪਿਸ ਆਊਗਾ। ਸੋ ਇੱਕ ਵਾਰ ਫਿਰ ਤੋਂ ਤੁਹਾਡਾ ਬਹੁਤ ਧੰਨਵਾਦ ਅੱਜ ਦੀ ਇਹ ਕਲਾਸ ਅਟੈਂਡ ਕਰਨ ਲਈ। ਥੈਂਕ ਯੂ।